ਸਤਿ ਸ੍ਰੀ ਅਕਾਲ ਬੇਟਾ ਜੀ। ਹਾਈਗਨ ਗੱਲ ਕਰਦਾ ਹੈ ਵੇਵ ਫਰੰਟਸ ਦੀ ਔਰ ਨਿਊਟਨ ਗੱਲ ਕਰਦਾ ਹੈ ਲਾਈਟ ਰੇ ਦੀ। ਹੁਣ ਅਸੀਂ ਪ੍ਰੂਫ ਕਰਨਾ ਹੈ ਰਿਫਲੈਕਸ਼ਨ ਦਾ ਲਾਅ ਹਾਈਗਨ ਦੁਆਰਾ। ਤਾਂ ਇਹਨਾਂ ਦੋਨਾਂ ਵਿੱਚ ਰਿਲੇਸ਼ਨ ਬਣਾਉਣਾ ਬਹੁਤ ਜ਼ਰੂਰੀ ਹੈ। ਹੁਣ ਜਿਵੇਂ ਵੇਵ ਫਰੰਟਸ ਦੇਖੀਏ ਤਾਂ ਕੋਈ ਵੀ ਡਿਸਟਰਬੈਂਸ ਹੁੰਦੀ ਹੈ ਜਿੱਦਾਂ ਪਾਣੀ 'ਚ, ਤਾਂ ਜਿਹੜੀ ਲਹਿਰਾਂ ਬਣਦੀਆਂ ਹਨ ਜਾਂ ਵੇਵ ਫਰੰਟਸ ਬਣਦੇ ਹਨ ਉਹ ਕੁਝ ਇਸ ਤਰ੍ਹਾਂ ਬਣਦੇ ਹਨ। ਮੰਨ ਲਓ ਇਹ ਪਰਫੈਕਟ ਸਰਕਲਸ ਹਨ। These are wave fronts. क्या ਅਸੀਂ ਲਾਈਟ ਰੇ ਵੀ ਬਣਾ ਸਕਦੇ ਹਾਂ? ਲਾਈਟ ਰੇ ਦਾ ਮਤਲਬ ਹੈ ਲਾਈਟ ਦੀ ਦਿਸ਼ਾ ਦੱਸ ਸਕਦੇ ਹਾਂ। ਯੈਸ, ਜੇ ਇਹ ਡਿਸਟਰਬੈਂਸ ਹੈ ਤਾਂ ਲਾਈਟ ਇੱਦਾਂ ਨੂੰ ਜਾ ਰਹੀ ਹੈ। ਜੇ ਅਸੀਂ ਬਣਾਉਣਾ ਹੋਏ ਤਾਂ ਇੱਦਾਂ ਐਰੋ ਨਾਲ ਅਸੀਂ ਦੱਸ ਸਕਦੇ ਹਾਂ। What are these? These are light rays. ਤਾਂ ਦੋ ਕਨਸੈਪਟ ਇੱਕੋ ਡਾਇਗਰਾਮ 'ਚ ਸਮਝ ਲਏ। ਇੱਥੋਂ ਅਸੀਂ ਕੀ ਸਿੱਖ ਸਕਦੇ ਹਾਂ ਕਿ ਲਾਈਟ ਰੇ ਔਰ ਵੇਵ ਫਰੰਟ 'ਚ ਇੱਕ ਰਿਲੇਸ਼ਨ ਹੈ, ਜਾਂ ਮੈਂ ਕਹਾਂ ਇੱਕ ਇਹਨਾਂ ਵਿੱਚ ਐਂਗਲ ਹੈ। ਦੱਸ ਸਕਦੇ ਹੋ ਇਹਨਾਂ ਦੋਨਾਂ ਵਿੱਚ ਕਿੰਨਾ ਐਂਗਲ ਹੈ? ਕਿਤੇ ਵੀ ਦੇਖ ਲਓ, ਵੇਵ ਫਰੰਟ ਤੇ ਲਾਈਟ ਰੇ ਦੇ ਵਿੱਚ ਐਂਗਲ 90 ਡਿਗਰੀ ਹੁੰਦਾ ਹੈ। ਤਾਂ ਅਸੀਂ ਆਸਾਨੀ ਨਾਲ, ਹੁਣ ਸਾਨੂੰ ਕਦੇ ਵੇਵ ਫਰੰਟ ਮਿਲੇਗੀ ਤਾਂ ਉੱਥੋਂ 90 ਡਿਗਰੀ ਅਸੀਂ ਲਾਈਟ ਰੇ ਦਿਖਾ ਸਕਦੇ ਹਾਂ। ਜੇ ਲਾਈਟ ਰੇ ਮਿਲੀ ਤਾਂ ਉਸ ਤੋਂ 90 ਡਿਗਰੀ ਅਸੀਂ ਵੇਵ ਫਰੰਟ ਦਿਖਾ ਸਕਦੇ ਹਾਂ। ਜਿਵੇਂ ਕੋਈ ਵੇਵ ਇੱਦਾਂ ਜਾ ਰਹੀ ਹੋਏ, ਵੇਵ ਫਰੰਟ ਕੁਛ ਇੱਦਾਂ ਦਾ ਹੋਏ, ਇਹ ਇੱਕ ਸਰਕੂਲਰ ਆਰਕ ਹੈ। ਹੁਣ ਮੈਂ ਕਹਿ ਰਿਹਾ ਦੱਸੋ ਜੀ ਲਾਈਟ ਰੇ, ਤਾਂ ਅਸੀਂ 90 ਡਿਗਰੀ ਬਣਾ ਦੇਣੀ ਹਨ। ਇਹ ਲਾਈਟ ਰੇਜ਼ ਹਨ। These are light rays and these are wave fronts. If you see, there is angle of 90 degree between them. ਤਾਂ ਇਹ ਮੇਨਟੇਨ ਰੱਖਣਾ ਹੈ। ਹੁਣ ਜੇ ਮੈਂ ਪੁੱਠਾ ਹਿਸਾਬ ਲਾ ਕੇ ਚਲਾਂ, ਯਾਨੀ ਕਿ ਤੁਹਾਨੂੰ ਪਹਿਲੇ ਦੱਸ ਦੇਵਾਂ ਕਿ ਲਾਈਟ ਰੇਜ਼ ਇੱਧਰ ਨੂੰ ਹਨ, ਤਾਂ ਕਿਆ ਤੁਸੀਂ ਵੇਵ ਫਰੰਟ ਡਰਾ ਕਰ ਸਕਦੇ ਹੋ? ਵੇਵ ਫਰੰਟ ਨੇ 90 ਡਿਗਰੀ ਹੋਣਾ ਹੈ, ਤਾਂ ਇੱਦਾਂ ਵੇਵ ਫਰੰਟ ਡਰਾ ਕੀਤੇ ਜਾ ਸਕਦੇ ਹਨ। What are these? These are wave fronts. What are these? These are light rays. ਤਾਂ ਦੋਨੋਂ ਪਾਸਿਓਂ ਸਾਨੂੰ ਦੂਜੀ ਚੀਜ਼ ਬਣਾਉਣੀ ਆਉਣੀ ਚਾਹੀਦੀ ਹੈ। ਲਾਈਟ ਰੇਜ਼ ਹੋਣ ਤਾਂ ਵੇਵ ਫਰੰਟ ਡਰਾ ਕਰਨੇ ਆਉਣੇ ਚਾਹੀਦੇ ਹਨ, ਅਤੇ ਵੇਵ ਫਰੰਟਸ ਹੋਣ ਤੇ ਲਾਈਟ ਰੇ ਬਣਾਉਣੀ ਆਉਣੀ ਚਾਹੀਦੀਆਂ ਹਨ। ਲਾਈਟ ਰੇ ਐਰੋ ਜੇ ਹਨ, ਇਹ ਜਿਹੜੀਆਂ ਵੇਵ ਫਰੰਟਸ ਹਨ ਇਹ ਸਰਕੂਲਰ ਹੋ ਸਕਦੀਆਂ ਨੇ, ਪਲੇਨ ਹੋ ਸਕਦੀਆਂ ਨੇ, ਜਿੱਦਾਂ ਇੱਥੇ ਇੱਕ ਪਲੇਨ ਵੇਵ ਫਰੰਟ ਹੈ, ਸਿੱਧਾ ਸਿੱਧਾ ਵੇਵ ਫਰੰਟ ਹੈ। ਤਾਂ ਇਹ ਸਾਨੂੰ ਇਨਫੋਰਮੇਸ਼ਨ ਕਾਫੀ ਜ਼ਰੂਰੀ ਹੈ। ਨਾਓ ਸੈਕੰਡ ਚੀਜ਼ ਇੰਪੋਰਟੈਂਟ ਜਿਹੜੀ ਹੈ ਉਹ ਇਹ ਸਮਝਣਾ ਹੈ ਕਿ ਰਿਫਲੈਕਸ਼ਨ 'ਚ ਲਾਈਟ ਦੀ ਸਪੀਡ ਸੇਮ ਰਹਿੰਦੀ ਹੈ। ਕਿਉਂ? ਕਿਉਂਕਿ ਮੀਡੀਅਮ ਚੇਂਜ ਨਹੀਂ ਹੁੰਦਾ। ਦੇਖੋ, ਜੇ ਇਹ ਕੋਈ ਰਿਫਲੈਕਟਿੰਗ ਸਰਫੇਸ ਹੋਵੇ, ਇੱਕ ਰੇ ਇਸ 'ਤੇ ਇੰਸੀਡੈਂਟ ਹੋਵੇ, ਤਾਂ ਇਹ ਜਦੋਂ ਰਿਫਲੈਕਟ ਕਰੇਗੀ ਇਹ ਸੇਮ ਹੀ ਮੀਡੀਅਮ 'ਚ ਜਾਏਗੀ। ਮੰਨ ਲਓ ਮੀਡੀਅਮ 1, ਤਾਂ ਜਿਹੜੀ ਇੰਸੀਡੈਂਟ ਰੇ ਹੈ ਉਹ ਵੀ ਸੇਮ ਮੀਡੀਅਮ 'ਤੇ ਹੈ, ਅਤੇ ਜਿਹੜੀ ਰਿਫਲੈਕਟਿਡ ਰੇ ਹੈ ਉਹ ਵੀ ਸੇਮ ਮੀਡੀਅਮ 'ਚ ਹੈ। ਦੋਨਾਂ ਦੇ ਮੀਡੀਅਮ ਸੇਮ ਹਨ, ਯਾਨੀ ਕਿ ਇਹਨਾਂ ਦੀ ਗਤੀ ਦਾ ਪਰਿਵਰਤਨ ਨਹੀਂ ਹੋਣਾ, ਲਾਈਟ ਦੀ ਸਪੀਡ ਦਾ ਪਰਿਵਰਤਨ ਨਹੀਂ ਹੋਣਾ। ਹੁਣ ਇਹਦੇ ਐਪਲੀਕੇਸ਼ਨ ਹੋ ਸਕਦੇ ਹਨ। ਥੋੜ੍ਹੇ ਜਿਹੇ ਪਜ਼ਲ ਸੋਲਵ ਕਰਦੇ ਹਾਂ। ਦੇਖੋ, ਮੰਨ ਲਓ ਦੋ ਲਾਈਟ ਰੇਜ਼ ਹਨ, ਉਹ ਇੱਦਾਂ ਨੂੰ ਜਾ ਰਹੀਆਂ ਹਨ। These are two light rays. This is a light ray 1 and this is light ray 2. ਇਹ ਦੋਨੋਂ ਸੇਮ ਸਪੀਡ ਨਾਲ ਹੋਣਗੀਆਂ। ਠੀਕ ਹੈ, ਤਾਂ ਹਾਲੇ ਤੱਕ ਇੱਥੇ ਤੱਕ ਆਬਜ਼ਰਵ ਕਰਿਆ ਜਦੋਂ ਤੱਕ ਲਾਈਟ ਰੇ ਇੱਥੇ ਤੱਕ ਪਹੁੰਚੀ। ਸਰ ਕੈਨ ਯੂ ਡਰਾ ਵੇਵ ਫਰੰਟ? ਇਫ ਯੂ ਵਾਂਟ,
ਸਰਕੂਲਰ ਟਾਈਪ ਆਏਗਾ ਜਿਹਦੇ ਕਰਕੇ ਇਹ ਐਂਗਲ ਦੋਨਾਂ ਦੇ 90 ਡਿਗਰੀ ਹੋਣ। ਬਟ ਨਹੀਂ, ਹਾਲੇ ਲਾਈਟ ਰੇ ਤੇ ਫੋਕਸ ਕਰੀਏ। ਹੁਣ ਇਹ ਜਿਹੜੇ ਲਾਈਟ ਰੇ ਹਨ, ਹੁਣ ਇਹਨਾਂ ਵਿੱਚ ਇੱਕ ਦੇ ਵਿੱਚ ਰੁਕਾਵਟ ਆ ਜਾਂਦੀ ਹੈ, ਦੂਜੇ 'ਚ ਨਹੀਂ ਆਉਂਦੀ। ਯਾਨੀ ਕਿ ਜਿਹੜਾ ਫਸਟ ਕੇਸ ਹੈ ਉਹਦੇ ਵਿੱਚ ਕੀ ਹੁੰਦਾ ਹੈ, ਇੱਕ ਰਿਫਲੈਕਟਿੰਗ ਸਰਫੇਸ ਆ ਜਾਂਦਾ ਹੈ, ਤਾਂ ਇਹ ਟਕਰਾ ਕੇ ਇੱਧਰ ਨੂੰ ਜਾਣੀ ਚਾਹੀਦੀ ਹੈ। ਠੀਕ ਹੈ, ਬਟ ਮੇਰਾ ਕੁਐਸਚਨ ਹੋਏਗਾ कितनी कर जानी चाहिए है सर? सेम स्पीड। व्हाट डू मीन बाय सेम स्पीड? सर जिन्नी ए जाएगी 1 सेकंड ले लो, उन्ना ही 1 सेकंड च इन्ने जाना है। बट हाँ, ये रिफ्लैक्शन हो जाएगी, ये सीधी सीधी चल जाएगी। ये जो कॉन्सैप्ट है थोड़ा जिहा समझिए। यानी कि मान लीए कि ये लाइट असी टाइम देखा तो ये तक पहुँच गई सी। सो दिस इज़ द डिस्टेंस ट्रैवल्ड, स्पीड सेम है। दूजी लाइन ने रिफ्लैक्ट होना है तो कितना का डिस्टेंस होएगा, दस सकते हो? सर जिन्नी स्पीड के हिसाब नाल स्पीड दोनों की सेम है। यस, सो द डिस्टेंस कवर्ड बाय दिस रे and distance after reflection of the first case will be the same। ਤਾਂ ਇਹ ਰੇ ਦੀ ਲੈਂਥ ਜਿਹੜੀ ਹੈ ਅਸੀਂ ਨੋਟ ਕਰ ਲਾਂਗੇ, ਕੰਪਸ ਤੋਂ ਲੈ ਸਕਦੇ ਹਾਂ ਜਾਂ ਸਕੇਲ ਤੋਂ ਲੈ ਸਕਦੇ ਹਾਂ। ਮੈਂ ਤਾਂ ਇੱਥੇ ਸੌਫਟਵੇਅਰ 'ਚ ਇਹਨੂੰ ਕਾਪੀ ਕਰ ਲੈਣਾ ਹੈ ਔਰ ਇਹਨੂੰ ਰਿਫਲੈਕਟ ਕਰਾ ਦੇਣਾ ਹੈ। ਇਹਨੂੰ ਇੱਦਾਂ ਰਿਫਲੈਕਟ ਕਰਾ ਦਿਆਂ, ਇਹਦਾ ਸਾਈਜ਼ ਚੇਂਜ ਨਹੀਂ ਕੀਤਾ। ਸੋ ਦਿਸ ਵਿਲ ਬੀ ਦ ਰਿਜ਼ਲਟ। एक लाइन रिफ्लैक्ट होगी ਤਾਂ ਕੀ ਹੋਇਆ, मीडियम तो सेम ही है, तो उन्ना ही डिस्टेंस कवर करेगी जिन्ना डिस्टेंस सेकंड रे ने किया है। सो दिस इज व्हाट इट इज सेम, these both things are same, length is same, this is distance covered by ray 1। कॉन्सैप्ट समझ आ गया? इस कॉन्सैप्ट का साडा फायदा होना है ਜਦੋਂ ਅਸੀਂ ਰਿਫਲੈਕਸ਼ਨ ਦਾ ਲਾਅ ਹਾਈਗਨ ਨਾਲ ਪ੍ਰੂਫ ਕਰਨਾ ਹੈ। ਜੇ ਅਸੀਂ ਇਹ ਦੋ ਪੁਆਇੰਟ ਸਮਝ ਚੁੱਕੇ ਹਾਂ, ਲਾਈਟ ਰੇ ਔਰ ਵੇਵ ਫਰੰਟ ਦੇ ਵਿੱਚ ਰਿਲੇਸ਼ਨ ਕੀ ਹੈ, ਦੋਨੋਂ 90 ਡਿਗਰੀ ਹੁੰਦੇ ਹਨ, ਤਾਂ ਵੇਵ ਫਰੰਟ ਨਾਲ ਅਸੀਂ ਲਾਈਟ ਰੇ ਬਣਾ ਸਕਦੇ ਹਾਂ, ਲਾਈਟ ਰੇ ਨਾਲ ਵੇਵ ਫਰੰਟ ਬਣਾ ਸਕਦੇ ਹਾਂ। ਰਿਫਲੈਕਸ਼ਨ ਜਿਹੜੀ ਹੋਏਗੀ ਸੇਮ ਮੀਡੀਅਮ 'ਚ ਹੁੰਦੀ ਹੈ, ਤਾਂ ਕਰਕੇ ਸਪੀਡ ਕੌਂਸਟੈਂਟ ਰਹੇਗੀ, ਫਿਕਸ ਰਹੇਗੀ, ਸੇਮ ਰਹੇਗੀ। ਜਾਂ ਅਸੀਂ ਕਹਿ ਸਕਦੇ ਹਾਂ ਜਿਹੜਾ ਡਿਸਟੈਂਸ ਕਵਰ ਹੋਏਗਾ ਉਹ ਸੇਮ ਹੋਏਗਾ ਕਿਸੇ ਵੀ ਟਾਈਮ ਇੰਟਰਵਲ 'ਚ, ਉਹ ਚੇਂਜ ਨਹੀਂ ਹੋ ਸਕਦਾ। ਇੱਕ ਰੇ ਜਿਹੜੀ ਡਿਸਟੈਂਸ ਕਵਰ ਕਰ ਰਹੀ ਹੈ, ਦੂਜੀ ਰੇ ਵੀ ਉਤਨਾ ਹੀ ਕਰੇਗੀ। ਇਹ ਜਿਹੜੇ ਦੋ ਕਨਸੈਪਟ ਹਨ ਇਹ ਸਾਨੂੰ ਸਮਝ ਆ ਗਏ, ਤਾਂ ਹੁਣ ਹਾਈਗਨ ਦਾ ਪ੍ਰਿੰਸੀਪਲ ਰਿਫਲੈਕਸ਼ਨ 'ਚ ਪ੍ਰੂਫ ਕਰਨਾ ਬੜਾ ਹੀ ਆਸਾਨ ਹੈ। ਹੁਣ ਅਸੀਂ ਪ੍ਰੂਫ ਕਰਾਂਗੇ ਹਾਈਗਨ ਦੇ ਪ੍ਰਿੰਸੀਪਲ ਦੇ ਹਿਸਾਬ ਨਾਲ ਰਿਫਲੈਕਸ਼ਨ ਦੇ ਲਾਅ। ਐਂਗਲ ਆਫ ਇੰਸੀਡੈਂਸ ਇਕੁਅਲ ਹੁੰਦਾ ਹੈ ਐਂਗਲ ਆਫ ਰਿਫਲੈਕਸ਼ਨ ਦੇ। ਹੁਣ ਸਾਨੂੰ ਪਤਾ ਹੈ ਜਿਹੜਾ ਵੇਵ ਫਰੰਟ ਹੋਵੇ ਕੋਈ ਵੀ, एक वेव फ्रंट है, जे नैक्सट बनाना होएगा तो असी कुछ पार्टिकल ले लेते हैं इस वेव फ्रंट के, ये प्रोड्यूस करनगे वेवलैट्स और इन्हां दा जिहड़ा कॉमन टेंजेंट होएगा दोबारा तो ये सानू एक नया वेव फ्रंट दे देगा। इदां ही असी सर्कल बनाई जाइए तो सानू वेव फ्रंट मिलते जाने हैं। मान लो ये 45 डिग्री तो आ रहे हैं, किद्दां देख सकते हाँ, जे असी रे बना दईए, इफ़ यू want to draw light rays, just go perpendicular to this, so you can also draw light rays। now ਇਹ ਤਾਂ ਸਾਨੂੰ ਪਤਾ ਹੈ ਕਿ ਸਰ ਇਦਾਂ ਬਣ ਜਾਣਗੇ ਜੇ ਕੋਈ ਡਿਸਟਰਬੈਂਸ ਨਾ ਆਈ ਤਾਂ, ਬਟ क्या ਹੋਏਗਾ ਜਦੋਂ ਇਹ ਕਿਸੇ ਰਿਫਲੈਕਟਿੰਗ ਸਰਫੇਸ ਤੋਂ ਟਕਰਾਏਗੀ। ਇਸ ਵੇਵ ਫਰੰਟ ਦਾ ਨੈਕਸਟ ਵੇਵ ਫਰੰਟ ਜਦੋਂ ਅਸੀਂ ਕਿੱਦਾਂ ਬਣਾਈਏ, ਤਾਂ ਉਹੀ ਐਗਜ਼ਾਮਪਲ ਲੈ ਰਹੇ ਹਾਂ। ਮੰਨ ਲਓ ਇਹ ਵੇਵ ਫਰੰਟ ਇੱਥੇ ਤੱਕ ਪਹੁੰਚਿਆ ਹੈ, ਸਾਡਾ ਰਿਫਲੈਕਟਿੰਗ ਸਰਫੇਸ ਇਹ ਹੈ। ਹੁਣ ਇਸ ਨੇ ਥੱਲੇ ਜਾਈ ਜਾਣਾ ਹੈ, ਟਰੈਵਲ ਕਰੀ ਜਾਣਾ ਹੈ ਨਾ। ਐਟ ਦਿਸ ਪੁਆਇੰਟ ਇੱਥੇ ਦੇਖੋ ਜਿਹੜੇ ਪੁਆਇੰਟ ਹਨ ਡਿਫਰੈਂਟ, ਹੁਣ ਇੱਕ ਦੇ ਬਾਅਦ ਇੱਕ ਹਿੱਟ ਕਰਨਗੇ ਕਿਤੇ ਰਿਫਲੈਕਟਿੰਗ ਸਰਫੇਸ ਤੇ। ਪਹਿਲੇ ਹੀ ਲਿਖਦਾ ਇੱਥੇ ਕਰੇਗਾ, ਇਹ ਵਾਲਾ ਇੱਥੇ ਕਰੇਗਾ, ਹਾਲੇ ਕਰਨਾ ਹੈ, ਇਹਨੇ ਕੀਤਾ ਨਹੀਂ ਹੈ। ਮੈਂ ਥੋੜੇ ਹੀ ਲਿੱਤੇ ਹਨ, ਕਿੰਨੇ ਵੀ ਪੁਆਇੰਟ ਲੈ ਸਕਦੇ ਹਨ, ਬਟ ਸਮਝਣਾ ਹੈ। ਹੁਣ ਇਹਦੇ ਨਾਲ ਕੀ ਹੋਏਗਾ ਸਰ, ਦੇਖੋ ਇਹ ਜਿਹੜਾ ਸਭ ਤੋਂ ਥੜਾ ਵਾਲਾ ਪੁਆਇੰਟ ਹੈ, ਇਹਨੇ ਇੱਕ ਵੇਵਲੈਟ ਬਣਾ ਦੇਣਾ ਹੈ,
क्योंकि हुण अगे नहीं जा सकता, अगे एक रुकावट आ गई है, एक रिफ्लैक्टिंग सरफेस आ गया है। तो इन्हें की करना है, जिहड़ा वेवलेट है वो रिफ्लैक्ट कर देना है। तो वेवलेट थले नहीं बनया तां उपर नूं बन गया, रिफ्लैक्ट हो गया। नाउ व्हाट विल हैपन आफ्टर दैट, ये सैकेंड टच करेगा, इन्हें एक सर्कल बना देना है, फिर थर्ड टच करेगा, फोर्थ टच करेगा, इदा ही सारे दे सारे टच हो जाएंगे, इत्थे तक लास्ट पहुँचणगे। ये जो लास्ट है ਇਹਦਾ मैं हाले तक वेवलेट नहीं बनाया, वी आर थिंकिंग अबाउट कि वी हैव रीच टू दैट मूवमेंट ओनली वैन ਇਹਦਾ सर्कल हाले बनने वाला है। तो हो गया। ਹੁਣ ਇਹ ਤੁਹਾਨੂੰ थोड़ा ਜਿਹਾ ऑड लग रहा होना समझण वास्ते, तो ये वास्ते एक ऐसी सिमुलेशन देख लेनी है जी बिल्कुल इस तरह होएगी, फिर बिल्कुल क्लियर हो जाएगा। चलो सिमुलेशन देख लेने हाँ। सो दिस इज़ द सिमुलेशन, सो दिस इज़ द सिमुलेशन। ये 45 डिग्री तो जिदा मेरा वेव फ्रंट आ रहा सी वो आ रहा है। हुण असीं की करना है, लैट्स सी हुंदा की है। तो जिहड़े पॉइंट जिथे जिथे लगने सी उत्थे ही मैं इत्थे पॉइंट देखो, ये जिहड़े पिंक कलर दे हन दसे होए हन, ये जिहड़ी वेव फ्रंट है इत्थे टकराएगी और इन्हां पॉइंट्स ते ही असीं जिहड़े सर्कल हन या वेवलेट्स हन बनांदे दिस रहे हन। देखो ये पहुंच गया, जस्ट इट इज़ गोइंग टू हिट द वेरी फर्स्ट एक्टिवेटेड पॉइंट। हुण की होना है, ये वेव फ्रंट इत्थे टकराएगा और ये देखो सर्कल पहला बन गया। हाले तक दूजे ते नहीं टकराया, टकराएगा ਉਹਦਾ सर्कल बनेगा, बट ਉਹਦਾ साइज़ छोटा क्यों है, क्योंकि बाद च टकराया, क्योंकि एंगल नाल असीं वेव फ्रंट जा रहे हैं। तो ਜਿਹੜੇ ਜਿੱਦਾਂ ਜਿੱਦਾਂ ਰਾਈਟ ਜਾਵਾਂਗੇ ਉਹਨਾਂ ਨੇ ਲੇਟ ਐਕਟੀਵੇਟ ਹੋਣਾ ਹੈ, ਇਦਾਂ ਅਸੀਂ ਸਮਝ ਸਕਦੇ ਹਾਂ। ਤਾਂ ਮੈਂ ਹੁਣ ਐਨੀਮੇਸ਼ਨ ਚਲਾਈ ਜਾਂਦਾ ਹਾਂ। ਦੇਖੋ ਇੱਕ ਤੇ ਬਾਅਦ ਇੱਕ ਦੂਜਾ सर्कल बनी जा रहा है, बट सब तो वड्डा जिहड़ा है वो बिल्कुल लैफ्ट वाला है, क्योंकि वो सब तो पहले एक्टिवेट हो गया सी, सब तो पहले वेव फ्रंट उत्ते ही टकराया सी। हुण इत्थे क्या तुहानूं रिफ्लैक्टिड वेव फ्रंट दिस रहा है। सर किद्दां बनाते हैं वेव फ्रंट असीं की करते हैं, सर्कल दा कॉमन टेंजेंट लै लैंदे हाँ। इत्थे एक शार्प लाइन तुहानूं दिस रही है, देखो कैन यू सी दैट, दिस इज़ द सैकेंडरी वेव फ्रंट। असी किथे तक सोचना है, ये जो लास्ट पॉइंट है, जदों तक ये हाले तक इहदा वेव लैट निकलिया नहीं है, इनू जस्ट पॉइंट ही समझ के असी इत्थे तक रुक जाना है एंड वी विल ट्राई टू ड्रॉ द टेंजेंट। तो लेट्स गो बैक। जिहड़ी सिमुलेशन है ਉਹਦੇ थोड़े ਜਿਹੇ स्नैपशॉट इत्थे चार ले ले ਹਨ, ਜਿਹੜੇ इंपॉर्टेंट पॉइंट हैं। देखो ये है साडा वेव फ्रंट ਜਿਹੜਾ 45 डिग्री ते आ रहा है। जे लाइट रे बनानी होए तो मैं इदा बना सकता हाँ, फिर भी 90 डिग्री टू दिस, ठीक है। और ये जो पहला पॉइंट है एक्टिवेट होने वाला है, ये पॉइंट इदा नहीं हैं कि इस सरफेस ते हैं, यही जो पॉइंट है इधर ये थले हिट करेगा तो ये एक्टिवेट हो जाएगा। ये सिर्फ समझाने वास्ते सीगा एनीमेशन च, ये नहीं कि पहले ही इत्थे वेवलेट वास्ते कोई बटन लगा हुआ है। इन्हां वेव फ्रंट्स ने टकराना है, फिर ये एक्टिवेट होएगा, यानी कि इत्थों एक वेवलेट बन जाएगा। एक्टिवेट का मतलब ये नहीं कोई शुरू हो रही चीज़, बट उत्थों रिफ्लैक्शन होनी है। हुण ये देखो सैकेंड पिक्चर च ये जिहड़ा है ये बन चुका है साडा एक वेवलेट, एंड जिहड़ा सैकेंड है इज जस्ट स्टार्टिंग, छोटा जिहा सर्कल है, राइट। और देखो क्योंकि जी वेव फ्रंट है वो अंदर नहीं जा सकती, क्योंकि ये रिफ्लैक्टिंग सरफेस है, दिस इज आर रिफ्लैक्टिंग सरफेस, सो दैट इज़ वाई वेवलेट्स आर नॉट गोइंग डाउन, ये तो थले नहीं जा रहे हैं, है ना, ऊपर ही हैं, रिफ्लैक्ट हो रहे हैं। उदा ही थर्ड पिक्चर च की होंदा है, देखो ये सब तो पहले वाला सी, फिर दूजा, फिर तीजा, चौथा, पंजवां। हुण ये देखो स्टार्ट होने वाला है, इन्हें फिर बन जाना है। हाले तक की है ये सिर्फ डॉट है। इदा ही बेटा ये पूरा वेव फ्रंट टकरा जाएगा तो इत्थे तक पहुँच जाएगा। ये देखो फाइनल पिक्चर, ये हुण इस दे बाद इन्हें सर्कल बनाना सी। बट सर सैकेंडरी वेव फ्रंट किद्दां बनाइए, तो सब असी सानू की करना चाहिए है, सारे वेवलेट्स बना लेने चाहिए हैं। ਉਹਦੇ बाद एक लाइन बनानी चाहिए है ਜਿਹੜੀ ਉਹਨਾਂ ਤੇ ਟੈਂਜੈਂਟ जाए। बना सकते हो लाइन, इत्थे दिस रही है एक लाइन, सी दिस लाइन, थोड़ा जिहा गाढ़ा कर देवां। वट इज़ दिस, ਜਿਹੜਾ वेव फ्रंट टकराया सी, दिस इज़ आर प्राइमरी वेव फ्रंट आई कैन से, एंड दिस इज़ माई सेकेंडरी वेव फ्रंट।
सेकेंडरी मीन्स जो वेवलेट्स को टेंजेंट बना के जो नेक्स्ट वेव फ्रंट आया जिसको बोल देते हैं न्यू वेव फ्रंट, ਇਹ ਹੈਗਾ ਹੈ ਨਾ। ਕਿੱਦਾਂ ਬਣਾਇਆ ਸਰ? ਤੁਸੀਂ ਵੇਵਲੈਟਸ ਬਣਾਈ ਜਾਓ, ਉਹਦੇ ਬਾਅਦ ਤੁਸੀਂ ਇੱਕ ਲਾਈਨ ਖਿੱਚ ਦਿਓ। ਨਾਓ ਐਨੀਮੇਸ਼ਨ 'ਚ ਇਹ ਚੀਜ਼ ਬਹੁਤ ਈਜ਼ੀ ਹੈ, ਦੇਖਣ 'ਚ ਵੀ ਸਮਝ ਆ ਜਾਂਦਾ ਹੈ, ਬਟ ਹੁਣ ਕਾਪੀ 'ਚ ਕਿੱਦਾਂ ਬਣਾਈਏ? ਤਾਂ ਕਾਪੀ ਵਾਸਤੇ, ਆਪਣੀ ਕਾਪੀ ਬਣਾਉਣ ਵਾਸਤੇ, ਐਗਜ਼ਾਮ 'ਚ ਬਣਾਉਣ ਵਾਸਤੇ ਅਸੀਂ ਕੀ ਕਰਨਾ ਹੈ? ਸਿਰਫ 2 ਪੁਆਇੰਟ ਹੀ ਲਾਣੇ ਹਨ। ਇੱਕ ਕਿਹੜਾ? ਇਹ ਜਿਹੜਾ ਸਭ ਤੋਂ ਪਹਿਲਾ ਹੈ, ਜਿਹਦਾ ਸਭ ਤੋਂ ਵੱਡਾ ਸਰਕਲ ਬਣ ਗਿਆ ਹੈ ਇੱਥੇ, ਠੀਕ ਹੈ। ਤੇ ਦੂਜਾ ਜਿਹੜਾ ਹਾਲੇ ਜਸਟ ਲਾਸਟ ਵਾਲਾ ਪੁਆਇੰਟ ਹੈ ਉੱਥੇ ਤੱਕ, ਤਾਂ ਵਿਚਕਾਰ ਵਾਲੇ ਇਗਨੋਰ ਕਰ ਦੇਣੇ ਹਨ, ਕਿਉਂਕਿ ਬੇਟਾ ਜੇ ਮੈਂ ਲਾਈਨ ਸਟ੍ਰੇਟ ਖਿੱਚਣੀ ਹੁੰਦੀ, ਮੈਨੂੰ ਸਿਰਫ ਇਹ ਪੁਆਇੰਟ ਦਿਓ ਤੇ ਇਹ ਸਰਕਲ ਦਿਓ, ਇਹਦੇ 'ਚ ਵੀ ਟੈਂਡੈਂਟ ਖਿੱਚਾਂਗਾ, ਬਾਕੀਆਂ ਨਾਲ ਟੱਚ ਹੋਣਾ ਹੀ ਹੈ। ਤਾਂ ਵਿਚਕਾਰ ਵਾਲੀ ਦੀ ਚਿੰਤਾ ਕਿਉਂ ਕਰੀਏ? ਇਹਨਾਂ ਸਰਕਲਸ ਬਣਾਉਣ ਦੀ ਸਾਨੂੰ ਜ਼ਰੂਰਤ ਨਹੀਂ ਹੈ। ਅਸੀਂ ਕੀ ਕਰਨਾ ਹੈ? ਇੱਕ ਵੱਡਾ ਸਰਕਲ ਇੱਥੋਂ ਜਿਹੜਾ ਪਹਿਲਾ ਹੈ ਉਹ ਬਣਾ ਦੇਣਾ ਹੈ, ਤੇ ਇੱਕ ਜਿਹੜਾ ਹੈ, ਜਿਹੜਾ ਹਾਲੇ ਸਟਾਰਟ ਹੋਣ ਵਾਲਾ ਹੈ ਲਾਸਟ, ਉੱਥੇ ਬਣਾ ਦੇਣਾ ਹੈ, ਤੇ ਇੱਕ ਲਾਈਨ ਸਿੱਧੀ ਖਿੱਚ ਦੇਣੀ ਹੈ। ਉਹੀ ਵੇਵ ਫਰੰਟ ਸਾਡਾ ਸੈਕੰਡਰੀ ਵੇਵ ਫਰੰਟ ਹੋਏਗਾ। ਚਲੋ ਦੇਖ ਲੈਂਦੇ ਹਾਂ ਕਿੱਦਾਂ ਕਰ ਸਕਦੇ ਹਾਂ। ਤਾਂ ਦੇਖੋ, ਅਸੀਂ ਕਹਿਣਾ ਕੀ ਚਾਹੁੰਦੇ ਹਾਂ, ਇੱਥੇ ਸਾਡਾ ਰਿਫਲੈਕਟਿੰਗ ਸਰਫੇਸ ਹੈ ਐਂਡ ਦਿਸ ਇਜ਼ ਕਮਿੰਗ ਐਜ਼ 45 ਡਿਗਰੀ। ਜਦੋਂ ਇਹ ਪੂਰਾ ਇਦਾਂ ਟਕਰਾਏਗਾ, ਇਹ ਥੱਲੇ ਖਤਮ ਹੋ ਜਾਏਗਾ, ਇਹ ਲਾਸਟ ਪੁਆਇੰਟ ਇੱਥੇ ਟਕਰਾ ਜਾਏਗਾ। ਤੇ ਜਿਹੜੇ ਸਾਡੇ ਸਰਕਲ ਬਣਨੇ, ਆਈ ਐਮ ਜਸਟ ਡਰਾਇੰਗ ਰਫ ਵੇਵਲੇਟਸ ਹੇਅਰ, ਸੋ ਡੋਂਟ ਥਿੰਕ दैट शुड बी परफेक्ट। ਇਹ ਬਹੁਤ ਵੱਡਾ ਹੋ ਜਾਏਗਾ, ਉਸ ਤੋਂ ਬਾਅਦ ਛੋਟਾ, ਉਹਦੇ ਬਾਅਦ ਛੋਟਾ 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 ਛੋਟਾ, ਔਰ ਉਹਦੇ ਬਾਅਦ ਮੈਂ ਕਹਿ ਸਕਦਾ ਇਹ ਜਸਟ ਸਟਾਰਟ ਹੋਏਗਾ। ਤਾਂ ਅਸੀਂ ਜੇ ਸੈਕੰਡਰੀ ਵੇਵ ਫਰੰਟ ਬਣਾਉਣਾ ਹੈ ਤਾਂ ਉਹ ਇਹਨਾਂ ਦਾ ਟੈਂਜੈਂਟ ਹੋਏਗਾ, ਹੈ ਨਾ। ਪਰਫੈਕਟ ਨਹੀਂ ਹੈ ਮੇਰਾ, ਥੋੜਾ ਜਿਹਾ ਗਲਤੀ ਮੇਰੇ ਹੋਏਗੀ ਕਿਉਂਕਿ ਮੈਂ ਨਾਪਿਆ ਨਹੀਂ ਇਸ ਨੂੰ, ਤੇ ਇਦਾਂ। ਤਾਂ ਮੈਂ ਕਹਿ ਰਿਹਾ, ਇਨਸਟੈਡ ਆਫ ਦਿਸ ਵਟ ਵੀ ਕੈਨ ਡੂ, ਅਸੀਂ ਕੀ ਕਰਾਂਗੇ ਸਰ? ਸਿੰਪਲਿਸਿਟੀ ਵਾਸਤੇ, ਕਾਪੀ 'ਚ ਬਣਾਉਣ ਵਾਸਤੇ, ਜਸਟ ਕੰਸੀਡਰ 2 ਪੁਆਇੰਟਸ। ਵਟ? ਪਹਿਲੀ ਗੱਲ ਤਾਂ ਸਰ, ਜਦ ਵੇਵ ਫਰੰਟ ਟਕਰਾਉਂਦਾ ਹੈ ਨਾ, ਉਹ ਵੇਵ ਫਰੰਟ ਇਦਾਂ ਰੱਖ ਲਓ, ਇਹ ਪਹਿਲਾ ਪੁਆਇੰਟ ਤੁਹਾਨੂੰ ਇੱਥੇ ਮਿਲ ਜਾਣਾ ਹੈ। ਯੈਸ। ਵਟ ਇਜ਼ ਦ ਸੈਕੰਡ ਪੁਆਇੰਟ ਸਰ? ਇਹ ਜਦੋਂ ਟਕਰਾਏਗਾ, ਕਿੱਥੇ ਟਕਰਾਏਗਾ? ਥੋੜਾ ਜਿਹਾ ਮੈਂ ਇੱਥੇ ਕਰ ਲਵਾਂ, ਕਿੱਥੇ ਟਕਰਾਏਗਾ? ਇਹ ਪੁਆਇੰਟ ਹੈ, ਉਹਨੂੰ ਮੰਨ ਲਓ। ਜਦੋਂ ਤੱਕ ਇਹ ਥੱਲੇ ਜਾਏਗਾ, ਇਹ ਪੁਆਇੰਟ ਜਸਟ ਇੱਥੇ ਪਹੁੰਚਿਆ ਹੋਏਗਾ, ਇਹਨੇ ਆਪਣਾ ਵੇਵਲੇਟ ਬਣਾਉਣਾ ਸ਼ੁਰੂ ਕਰਨਾ ਹੈ। ਬਟ ਜਦੋਂ ਤੱਕ ਇਹ ਬਹੁਤ ਵੱਡਾ ਹੋ ਚੁੱਕਾ ਹੋਏਗਾ, ਅਸੀਂ ਕੀ ਕਰਾਂਗੇ? ਬਹੁਤ ਹੀ ਚਲਾਕੀ ਨਾਲ ਇਹ ਤੇ ਇਹ ਪੁਆਇੰਟ ਤੇ ਟੈਂਜੈਂਟ ਇਦਾਂ ਖਿੱਚ ਦਾਂਗੇ ਐਂਡ ਵੀ ਵਿਲ ਗੈਟ ਸੈਕੰਡਰੀ ਵੇਵ ਫਰੰਟ। ਤਾਂ ਮਿਲ ਗਿਆ ਛੁਟਕਾਰਾ, ਉਹ ਸਾਰੇ ਸਰਕਲ ਨਹੀਂ ਬਣਾਉਣੇ ਪੈਣੇ ਸਾਨੂੰ। ਜੇ ਬਣਾਉਣੇ ਹੁੰਦੇ ਤਾਂ ਇੱਦਾਂ ਬਣੀ ਜਾਣੇ ਸੀ ਉਹ, ਠੀਕ ਹੈ ਨਾ, ਟੱਚ ਹੋ ਕੇ, ਸੌਰੀ, ਇੱਦਾਂ ਟੱਚ ਹੋ ਕੇ, ਤਾਂ ਉਹ ਸਾਨੂੰ ਬਣਾਉਣੇ ਨਹੀਂ ਪੈਣੇ। ਸਿਰਫ 2 ਪੁਆਇੰਟਸ ਨਾਲ ਹੀ ਸਾਨੂੰ ਸੋਲੂਸ਼ਨ ਮਿਲ ਰਿਹਾ ਹੈ। ਦਿਸ ਇਜ਼ ਪ੍ਰਾਇਮਰੀ ਵੇਵ ਫਰੰਟ। ਹੁਣ ਅਸੀਂ ਕੀ ਕਹਿ ਸਕਦੇ ਹਾਂ, ਕਿਉਂਕਿ ਇੱਥੇ ਰਿਫਲੈਕਸ਼ਨ ਹੋ ਰਹੀ ਹੈ, ਵੀ ਕੈਨ ਆਲਸੋ ਸੇ ਦਿਸ ਇਜ਼ ਇਨਸੀਡੈਂਟ ਵੇਵ ਫਰੰਟ, ਜਿੱਦਾਂ ਰੇ ਹੁੰਦੀ ਸੀ, ਐਂਡ ਵੀ ਕੈਨ ਸੇ ਦਿਸ ਇਜ਼ ਰਿਫਲੈਕਟਿਡ ਵੇਵ ਫਰੰਟ, ਕਹਿ ਸਕਦੇ ਹਾਂ, ਹੈ ਨਾ। ਸਰ ਰੇ ਬਣਾ ਸਕਦੇ ਹੋ? ਆਫ ਕੋਰਸ ਬਣਾ ਸਕਦਾ ਹਾਂ। ਦੇਖੋ, ਜੇ ਇਹ ਰਿਫਲੈਕਟਿੰਗ ਸਰਫੇਸ ਹੋਵੇ, ਮੈਂ ਵੇਵ ਫਰੰਟ ਇਦਾਂ ਪਾਵਾਂ, ਕੈਨ ਯੂ ਡਰਾ ਰੇ? 1 ਰੇ ਤਾਂ ਇਹ ਤੇ 90 ਡਿਗਰੀ ਹੋਣਾ ਚਾਹੀਦਾ, ਇਹ ਲੋ 1 ਰੇ ਮੋਰ ਆਈ ਕੈਨ ਡਰਾ, ਥੋੜਾ ਵਧਾਣਾ ਪੈਣਾ ਰਿਫਲੈਕਟਿੰਗ ਸਰਫੇਸ ਇੱਥੇ ਤੱਕ। ਕਿੱਦਾਂ ਬਣਾਤਾ ਸਰ? ਕਿੱਦਾਂ ਸੋਚ ਲਿਆ ਤੁਸੀਂ? 90 ਡਿਗਰੀ, ਦੇ ਸ਼ੁੱਡ ਬੀ 90 ਡਿਗਰੀ ਫਰੋਮ ਦ ਰੇ। ਹੁਣ ਕਾਪੀ 'ਚ ਕਿੱਦਾਂ ਕਰਨਾ ਹੈ? ਉਹਦੇ ਵਾਸਤੇ ਸਾਡੇ ਵਾਸਤੇ ਇੱਕ ਸਕੇਲ ਹੋਣਾ ਚਾਹੀਦਾ। ਸਕੇਲ ਮੈਂ ਲੈ ਲਿਆ ਹੈ, ਇਹ ਹਿੰਦੀ ਦੀ ਲੈਣਾ ਹਨ, ਇਹ ਸਕੇਲ ਰੱਖ ਦੇਣਾ ਹੈ, ਤੇ ਅਸੀਂ ਕੀ ਕਰਨਾ ਹੈ, ਇੱਕ ਸਟ੍ਰੇਟ ਲਾਈਨ ਡਰਾ ਕਰਨੀ ਹੈ, ਜਿਹੜੀ ਸਿਰਫ 4 ਲਾਈਨਾਂ ਹੀ ਕ੍ਰਾਸ ਕਰੇ, 1 2 3 4, ਓਕੇ। ਥੋੜਾ ਜਿਹਾ ਗੈਪ ਛੱਡ ਕੇ ਹੋਰ 4 ਲੈ ਲਓ, ਜਿੱਦਾਂ ਸਾਡੀ ਪ੍ਰੈਕਟਿਸ ਹੋ ਜਾਵੇ। 2 ਡਾਇਗਰਾਮ ਬਣਾ ਲਾਂਗੇ ਤੇ ਚੰਗੀ ਤਰ੍ਹਾਂ ਸਾਨੂੰ ਪ੍ਰੈਕਟਿਸ ਹੋ ਜਾਣੀ ਹੈ। ਨਾਓ ਵਾਟ ਆਈ ਵਾਂਟ ਇਜ਼ ਯੂ ਸ਼ੁੱਡ ਡਰਾ ਪੈਰਲਲ ਲਾਈਨ ਟੂ ਦਿਸ। ਇਹ ਲਾਈਨਾਂ ਤੋਂ ਪੈਰਲਲ ਲਾਈਨ ਬਣਾਓ। ਤਾਂ ਸਭ ਤੋਂ ਆਸਾਨ ਤਰੀਕਾ ਕੀ ਹੈ? ਸਕੇਲ ਰੱਖ ਦਿਓ, ਦੂਜਾ ਸਾਈਡ ਜਿਹੜਾ ਹੋਏਗਾ ਆਟੋਮੈਟਿਕਲੀ ਪੈਰਲਲ ਹੀ ਹੈ, ਤਾਂ ਸਾਨੂੰ ਲੋੜ ਹੀ ਨਹੀਂ ਕੁਝ। ਬਣਾ ਦਿੰਦੇ ਹਾਂ। ਸਰ ਕਿੱਥੋਂ ਸਟਾਰਟ ਕਰਾਂ? ਉਧਰੋਂ? ਨਹੀਂ, ਉਹ ਦੇਖੋ ਪਹਿਲੀ ਲਾਈਨ ਕਿੱਥੋਂ ਸਟਾਰਟ ਹੋਈ ਹੈ, ਉੱਥੋਂ ਹੀ। ਤੋ ਬਿਲਕੁਲ ਸਕੇਲ ਦੇ ਨਾਲ ਲੈ ਲਵਾਂ, ਓਕੇ 4 ਐਂਡ ਦੈਨ ਦਿਸ 4। ਉੱਪਰ ਥੱਲੇ ਨਹੀਂ ਕਰਨਾ, ਠੀਕ ਹੈ। ਵਾਈ ਐਮ ਡੂਇੰਗ ਦਿਸ? ਇਹ ਬੇਟਾ ਸਿਰਫ ਮੈਂ ਜਿਹੜਾ ਕਰ ਰਿਹਾ ਹਾਂ ਤਾਂ ਕਰਕੇ, ਕਿਉਂਕਿ
ਕਾਪੀ 'ਚ ਸੋਹਣਾ ਲੱਗੇ, ਹੋਰ ਕੋਈ ਚੱਕਰ ਨਹੀਂ, ਇੱਥੇ ਕੋਈ ਦਿਮਾਗ ਨਹੀਂ ਲਾਉਂਦਾ ਪਿਆ ਮੈਂ ਕਿ ਕਾਪੀ 'ਚ ਕਿੱਦਾਂ ਦਿਖਾ ਸਕਦੇ ਹਾਂ। ਹੁਣ ਇਹਦਾ ਫਾਇਦਾ ਕੀ ਹੈ, ਇਹ ਜਿਹੜਾ ਥੱਲੇ ਸਰਫੇਸ ਬਣ ਗਿਆ ਹੈ, this is your reflecting surface, this is your reflecting surface, okay, and what are these, ਇਹ ਕੀ ਬਣਿਆ ਸਰ, these are your light rays। ਸਰ ਵਾਟ ਵੇਵ ਫਰੰਟ ਨਹੀਂ ਬਣਾਇਆ, ਬਣਾਵਾਂਗੇ, ਉਹ ਤਾਂ ਬਹੁਤ ਈਜ਼ੀ ਹੈ, ਇਹਨਾਂ ਦੋਨਾਂ ਤੇ 90 ਡਿਗਰੀ ਹੋਣੀ ਚਾਹੀਦੀ ਹੈ ਲਾਈਨ, ਉਹ ਬਣਾ ਸਕਦੇ ਹੋ, ਇਹਨਾਂ ਦੋਨਾਂ ਦੇ ਵਿੱਚ ਹੀ ਬਣਾਉਣਾ। ਤਾਂ ਦੇਖੋ ਕਿਹੜੇ ਕਿਹੜੇ ਪੁਆਇੰਟ ਲੈਣੇ ਚਾਹੀਦੇ ਹੈ ਸਰ, ਇਹ ਜਿਹੜਾ ਇਹ ਪੁਆਇੰਟ ਹੈ, ਇਹ ਜਿਹੜਾ ਪੁਆਇੰਟ ਹੈ ਜਸਟ ਇਹਦੇ ਤੇ ਫੋਕਸ ਕਰੋ, ਤੇ ਇਹ ਤੋਂ ਇੱਕ ਅਸੀਂ 90 ਡਿਗਰੀ ਲਾਈਨ ਬਣਾ ਦੇਣੀ ਹੈ। ਮੈਂ ਕਲਰ ਵੱਖਰਾ ਲੈ ਰਿਹਾ ਉਹਦਾ, ਵੀਲ ਪੁੱਟ ਲਾਈਨ, क्या 90 डिग्री है, देखो दूसरी लाइन तो नहीं 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 नहीं, इट शुड बी 90 डिग्री का जो आएगा अंदाज़न। ਹੁਣ ਇਹ ਕੰਮ ਤੁਸੀਂ ਸੈਟ ਸਕੁਏਅਰ ਨਾਲ ਲੈ ਸਕਦੇ ਸੀ, ਠੀਕ ਹੈ ਨਾ। ਸੈਟ ਸਕੁਏਅਰ ਫਾਇਦਾ ਦਿੰਦਾ ਹੈ ਜੇ ਅਸੀਂ ਪਰਪੈਂਡੀਕੂਲਰ ਲਾਈਨਸ ਬਣਾਉਣੀ ਹੋਣ, ਨਾਰਮਲ ਲਾਈਨਸ ਬਣਾਉਣੀ ਹੋਣ, ਤਾਂ ਇਦਾਂ ਅੰਦਾਜ਼ੇ ਨਾਲ ਮੈਂ ਕਰਤਾ ਹੈ। ਇਹਨੂੰ ਵੀ ਕਰ ਦਿੰਦੇ ਹਾਂ ਅੰਦਾਜ਼ੇ ਨਾਲ 90 ਡਿਗਰੀ ਹੋ ਗਿਆ, ਡਨ। ਸੋ ਦਿਸ ਇਜ਼ ਮਾਈ ਪ੍ਰਾਇਮਰੀ ਵੇਵ ਫਰੰਟ ਜਿਹੜਾ ਟਕਰਾਉਣ ਵਾਲਾ ਹੈ, ਠੀਕ ਹੈ। ਓਕੇ, ਨਾਓ ਕੀ ਹੋਏਗਾ ਸਰ, ਇਸ ਜਿਹੜਾ ਪੁਆਇੰਟ ਹੈ, ਜਿਹੜਾ ਦਿਸ ਇਜ਼ ਦਾ ਫਸਟ ਪੁਆਇੰਟ ਹੈ ਨਾ, ਇਹਨਾਂ ਦੋਨਾਂ ਨੇ ਸਰਕਲ ਬਣਾਉਣੇ ਹਨ। ਨਾਓ ਦ ਕੁਐਸਚਨ ਇਜ਼, ਜਦੋਂ ਤੱਕ ਇਹ ਪੁਆਇੰਟ ਇੱਥੇ ਥੱਲੇ ਟਕਰਾਏਗਾ, ਇੱਥੇ ਤੱਕ ਆਏਗਾ, ਤਾਂ ਇਹ ਕਿੰਨਾ ਵੱਡਾ ਸਰਕਲ ਹੋ ਚੁੱਕਿਆ ਹੋਏਗਾ, ਇਹ ਵਾਲਾ ਕਿੰਨਾ ਵੱਡਾ ਸਰਕਲ ਹੋਏਗਾ, ਇੰਨਾ ਇੰਨਾ ਇੰਨਾ। ਹਾਊ ਟੂ ਨੋ ਦੈਟ ਸਰ, ਇਹ ਕਿੱਦਾਂ ਪਤਾ ਲਾਈਏ। ਅਸੀਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਹੀ ਦੇਖਿਆ ਸੀ ਕਿ ਲਾਈਟ ਦੀ ਸਪੀਡ ਸੇਮ ਹੁੰਦੀ ਹੈ, ਯਾਨੀ ਕਿ ਚੇਂਜ ਨਹੀਂ ਹੋਣੀ, ਯਾਨੀ ਕਿ ਇੱਕ ਰੇ ਜਿਹੜੀ ਡਿਸਟੈਂਸ ਟਰੈਵਲ ਕਰਦੀ ਪਈ ਹੈ ਦੂਜੇ ਨੇ ਵੀ ਕਰਨਾ ਹੈ ਨਾ। ਤਾਂ ਜਿਹੜਾ ਦੂਜਾ ਪੁਆਇੰਟ ਹੈ ਸਾਡਾ, ਇਹ ਵਾਲਾ, ਇਹ ਕਿੰਨਾ ਡਿਸਟੈਂਸ ਕਵਰ ਕਰੇਗਾ ਸਰ, ਦਿਸ ਮਚ। ਐਂਡ ਵਾਟ ਅਬਾਊਟ ਦਿਸ ਸਰ, ਇਹ ਥੱਲੇ ਤਾਂ ਨਹੀਂ ਜਾਏਗਾ, ਬਟ ਬਿਕੋਜ਼ ਇਟ ਇਜ਼ ਰਿਫਲੈਕਟਿੰਗ, ਇੰਨਾ ਹੀ ਇੰਨੇ ਉੱਪਰ ਰਿਫਲੈਕਟ ਹੋ ਜਾਣਾ ਹੈ। दैट इज़ द ओनली थिंग वी नीड टू थिंक कि इन्ने भी तो उन्ने ही डिस्टेंस ट्रैवल करना है ना, क्योंकि मीडियम तो सेम ही रहा, रिफ्लैक्ट होने के बाद सेम ही मीडियम च चले गए, तो ये फर्क नहीं पैना। ये ही थोड़ा जिहा दिमाग लग गया दैट वट यू आर टेलिंग इज़ कि यदा जी सर्कल का रेडियस होएगा या ये रे जिथे भी पहुँचेगी वो सेम होएगा जिन्ना ये डिस्टेंस है, ठीक है। जे सानू ये अंडरस्टैंडिंग हो गई है तो असी हुण कर सकते हैं काम। की करिए सर, जस्ट पुट अ कंपास हेयर एंड हेयर, तो मेजरमेंट हो गई, और उतना ही सर्कल इत्थों इदा बना देना है, उतना ही सर्कल इत्थों इदा बना देना है। तो आई विल यूज़ माई टूल्स, तुसी कंपास नाल यूज़ कर लेना। तो लगभग इन्ना क बन रहा है, तो मैं इनू रेड कलर नाल दसदा, एक चाप मार देती, इत्थों भी थोड़ी जी मेरे को गलती हो सकती है, ठीक है, अंदाजे नाल, यानी कि ये इत्थे तक पहुंचा होएगा। मैं इनू कंप्लीट सर्कल भी कर सकता सी बेटा, इत्थे तक कर सकता सी, है ना। थल्ले करना चाहिए कि नहीं करना चाहिए, नहीं बेटा, थल्ले रिफ्लैक्शन सरफेस से थल्ले साडा वेव फ्रंट नहीं जा रहा, तो इनू बनाने की लोड़ नहीं सीगी, ठीक है ना। इन्ना क बना लेंदे बिल्कुल ठीक है, पूरा हाफ सर्कल सैमी सर्कल टाइप बना लो, ठीक है। बट मैं क्यों छोटा जिहा बनाया, क्योंकि बेटा मैनू तो यही चाहिए कि इत्थों टेंजेंट ही कढ़ना है, तो पूरी मेहनत क्यों करनी, आलस मार गया थोड़ा। तो बट अगर तुसी इदां दे बनाओगे दैट इज़ ऑल्सो ऑल राइट। नाउ लेट इज ड्रॉ द सैकेंडरी वेव फ्रंट। सर किदां, यू नीड टू वेवलेट्स, एक तो वेवलेट मिल गया है ए रेड कलर का, सर दूजा वेवलेट, सर दूजा वेवलेट जिहड़ा है वो जस्ट हाले बनना शुरू होया है, जस्ट एक डॉट ही है, हाले ये तो वेवलेट निकले नहीं, या कह सकते हाँ वो जिहड़ा बिंदु है, ये जिहड़ा पॉइंट ही है, यही वेवलेट है। तो ईजी हो जाना किसी पॉइंट तो सर्कल नू टेंजेंट कढ़ना, ये सर्कल होवे, मैं कਹਾਂ इत्थों टेंजेंट कढ़ो, तो तुसीं कहना सर ये लो स्केल लगाओ इत्थे, ये सीधा निकल गया टेंजेंट, है ना। मैं कਹਾਂ ये पॉइंट है, इस सर्कल ते टेंजेंट मारो, ए लो सर स्केल लाना है, तो छूंदी हुई लाइन कढ़ देनी है, टच होंदी हुई, उन्होंने असीं टेंजेंट कहते पे हाँ। तो इत्थे सानू एक सैमी सर्कल मिल रहा है जिहदे ते असीं टेंजेंट कढ़ना है। तो लेट मी ड्रॉ दैट नाउ। So I will use my scale, put scale here, exactly इतना, okay, इतना हो जाए, ये तो कट जाएगा सर, this will not be tangent, so it will just touch it,
जस्ट जितना टच कर सकता है उतना। ऐसा करता हूँ, ये दो रेज के बीच में ही रखता हूँ जिससे कंफ्यूजन ना हो। डन। डू दिस ऑल्सो। ਤਾਂ ਦੁਬਾਰਾ ਦੁਬਾਰਾ ਦੋ ਡਾਇਗਰਾਮ ਬਣਾਉਣ ਦਾ ਫਾਇਦਾ ਕੀ ਹੋਣਾ ਹੈ ਕਿ ਇੱਕ ਤਾਂ ਪ੍ਰੈਕਟਿਸ ਹੋ ਜਾਏਗੀ ਤੁਹਾਡੀ, ਹੈ ਨਾ, ਡਰਾਇੰਗ ਵਰਕ ਹੀ ਹੈ ਔਰ ਕਿਆ ਹੈ। ਦਿਸ ਇਜ਼ ਇਟ। ਓਕੇ, ਤਾਂ ਇਹ ਅਸੀਂ ਬਣਾ ਚੁੱਕੇ ਹਾਂ। ਸਾਨੂੰ ਪ੍ਰਾਇਮਰੀ ਤੇ ਸੈਕੰਡਰੀ ਵੇਵਫਰੰਟ ਮਿਲ ਗਏ ਹਨ। ਬਟ ਸਰ ਇਹ ਜਿਹੜੀ ਰੇਜ਼ ਆਈਆਂ ਸੀਗੀਆਂ, ਇਹ ਰੇਜ਼ ਹੈ ਨਾ, ਇਹ ਰਿਫਲੈਕਟ ਕਿੱਧਰ ਨੂੰ ਹੋਣਗੀਆਂ? ਹੁਣ ਵੇਵਫਰੰਟ ਦੱਸੇਗਾ ਕਿੱਧਰ ਨੂੰ। ਦੇਖੋ ਇਹ ਸਾਡਾ ਵੇਵਫਰੰਟ ਸੀ, दिस वाज आर प्राइमरी वेवफ्रंट एंड दिस इज सेकेंडरी, है ना। तो प्राइमरी वेवफ्रंट च तो रे ए है यदि, सर सेकेंडरी वेवफ्रंट बन गया है ए, तो इहदा लाइट रे बना सकते हो? ऑफ कोर्स बना सकते हैं। की होएगा सर? दैट विल बी द परपेंडिकुलर टू द दिस वेवफ्रंट। नाउ न्यू वेवफ्रंट जो बना है इस तो एक 90 डिग्री लाइन कट दो, ओहदी लाइट रे बन गई। नाउ थिंक अबाउट इट, जरा जूम इन कर लीए। नाउ थिंक अबाउट इट। Okay, I will draw again from white color the reflected ray and I will draw perpendicular like that. This is my reflected ray. This is my reflected ray. I will note it down here. Reflected, थोड़ा सा मिक्स अप सा लग रहा है, बट इफ यू डू स्टेप बाय स्टेप देयर इज नो कंफ्यूजन। दिस वाज इंसीडेंट रे। मैं ये कितना ड्रॉ किया है? 90 डिग्री टू द सेकेंडरी वेवफ्रंट। सेकेंडरी वेवफ्रंट जो है वो रिफ्लैक्टेड वेवफ्रंट है, तो रिफ्लैक्टेड वेवफ्रंट बन गया, तो साडी रिफ्लैक्टेड रे भी बन गई। हो गया क्लियर? नाउ सर कैन यू प्रूव दैट आई इज इक्वल टू आर? लेट्स सी। नॉर्मल खिंच लो जिथे इंसीडेंट हो रहा है। सर दिस इज द नॉर्मल, दिस इज द नॉर्मल। ओके, 90 डिग्री दिख रहा है? क्या तुहानू नज़र आ गया? आई इज इक्वल टू आर है। दिस इज द ब्यूटी ऑफ हाइगन्स प्रिंसिपल। अब सर मैथेमैटिकली किद्दां प्रूफ करांगे वो असी नैक्सट करना है। जस्ट दो ट्रायंगल देखने हैं तो आई इज इक्वल टू आर प्रूफ करना है एंगल, वो असी कर लांगे। बट ये जेड़ा डायग्राम ड्रॉ करना है पहले इत्थे तक आ जाइए। नाउ फॉर डूइंग मैथ थले भी मैं बना देवां एक लाइन। असी की करना है, इत्थों 90 डिग्री करना है, तो इतना बन जाएगा रिफ्लैक्टेड रे। फ्रंट बन गया, तो रे बनाना तो बहुत ही आसान है। तो चलो ये हो गया साडा रिफ्लैक्टेड रे। सानू की चीज़ पता है, थोड़ा जिहा ध्यान दईए। वी नो दिस एंगल इज आई या थीटा आई एंड दिस एंगल इज आर। ठीक है, नाउ देर आर टू ट्राइंगल्स, कैन यू सी दोज ट्राइंगल्स? एंड बोथ आर 90 डिग्री ट्राइंगल्स दिस रहे हैं। ये देखो 90 डिग्री, ये देखो 90 डिग्री, नज़र आ गया? दीज टू ट्राइंगल्स ही सानू हेल्प करनगे एंगल आई इज इक्वल टू एंगल आर प्रूफ करन च। लेट अस फोकस ऑन दिस ट्राइंगल पी क्यू आर। ये वास्ते ही मैं दो डायग्राम दिते सी। ये तुहानू एक 90 डिग्री एंगल दिख रहा है, ये एक 90 डिग्री है। थोड़ा जूम कर लो, ये देखो 90 डिग्री। हुण इत्ते ही फोकस करना है। ये जिहड़ी लाइन इग्नोर कर दो, दिस ही नहीं रही है, सिर्फ पी क्यू आर ये जिहड़ा ट्राइंगल है ये ते फोकस करना है, राइट एंगल ट्राइंगल ते। नाउ व्हाट वी आर गोइंग टू डू, वी आर गोइंग टू पुट दिस एंगल्स इनसाइड दिस ट्राइंगल, यानी कि कोई रिलेशन मिल जाए इन्हां ट्राइंगल्स का। तो पी क्यू आर जिहड़ा है, दिस इज अ राइट एंगल ट्राइंगल पी क्यू आर। So what we are going to do, so this is R, we know reflection angle. What about this angle? ये कितना होएगा दस सकते हो? You can pause और तुसी अपने आप हिसाब लगाओ कि ये कितना आएगा। तो एक हिंट दे देवा, ये एंगल कितना है? दिस इज 90 डिग्री, नॉर्मल है ना, सरफेस तो नॉर्मल 90 डिग्री। ओके, तो आर एंगल ते प्लस ए एंगल इकट्ठा करके की बन जाएगा? सर दैट टोटल शुड बी 90, राइट। आर प्लस जे मैं इस एंगल नू मन्ना, जे इस एंगल नू मैं अल्फा मान लवां,
ਹੈ ਤਾਂ ਅਲਫਾ ਪਲਸ ਆਰ ਕੀ ਹੋਏਗਾ ਸਰ? ਇਹਨਾਂ ਦੋਨਾਂ ਦਾ ਟੋਟਲ ਹੋਣਾ ਚਾਹੀਦਾ ਹੈ 90 ਡਿਗਰੀ, ਹੈ ਨਾ। ਇਹਨਾਂ ਦੋਨਾਂ ਦਾ ਟੋਟਲ ਕੀ ਹੋਣਾ ਚਾਹੀਦਾ ਹੈ? ਦਿਸ ਪਲਸ ਦਿਸ ਸ਼ੁੱਡ ਬੀ 90 डिग्री होना चाहिए। तो अल्फा प्लस आर शुड बी 90 डिग्री, और आई कैन से अल्फा इज 90 माइनस आर। गुड, तो असी इदा समझ सकते हाँ। तो ये मैं हटा देना हाँ, अल्फा की जगह मैं सीधा लिख सकता सी दिस एंगल इज 90, दिस एंगल इज 90 माइनस आर। ओके, नाउ दिस एंगल इज 90 डिग्री, पी क्यू आर ट्रायंगल च एक है 90 माइनस आर, व्हाट विल बी दिस एंगल? कितना होएगा एंगल? कर लिए इकट्ठा। ये देखो सर, दिस एंगल जस्ट एड इट 90, पी क्यू आर की गल कर रहे हैं, प्लस दूजा है एंगल 90 माइनस आर, दैन ये एंगल सर सानू पता नहीं लग रहा, फिर अल्फा ले लो नू, अल्फा मतलब अननोन, बट इन्हों का जोड़ की होना चाहिए? 180 डिग्री होना चाहिए है। तो 180 इधर भी हो जाने, इन्होंने कट देना है, अल्फा तो आर के बराबर ही है। तो इदा असी सोच सकते हाँ। तो दिस एंगल हैज़ टू बी, अल्फा लिखने की लोड़ नहीं है, दिस एंगल विल बी आर। ठीक है, हम सैकेंड डायग्राम ते चलिए। चलो, ये वास्ते ही असी दो डायग्राम बनाए सी। हम सानू की पता लग गया है सर? दिस एंगल इज आर, डोंट वरी अबाउट इट। ओके, एंड दिस एंगल इज 90 डिग्री, दैट ऑल्सो वी नो। नाउ वी नो दिस एंगल आई का भी इलाज करिए। नाउ वी विल लुक इन अ डिफरेंट एंगल। हम असी देख रहे हैं दिस इज़ अ पी पॉइंट, दिस इज़ क्यू पहले ले चुके हैं, पी क्यू आर ले चुके हैं, तो इनू एस मान लो, पी एस टी। सो आई एम टॉकिंग अबाउट राइट एंगल ट्राइंगल पी एस टी। ओके, कैन यू फाइंड एनी रिलेशन? क्या कुछ रिलेशन कट सकते हाँ? लेट अस सी। ठीक है, असी ए तो 90 डिग्री है, वी नो दैट। ओके, दिस इज़ द 90 डिग्री एंगल, ये पता है। आई नू इस ट्राइंगल दे विच लाना है, एंगल राइट एंगल ट्राइंगल पी एस टी दे विच किदां लाइए? सोच सकते हो। फिर तो वही देखना है, कोई 90 डिग्री एंगल तो नहीं है। देखो, इफ दिस इज आई, दैन ये बाद जो कंटिन्यू होएगा इथे तक एंगल, वो कितना होएगा? ओहो सर, दिस इज समथिंग, और वो बाद आई नू कट्ठा कर दा, वो सर ये तो 90 डिग्री होना चाहिए है, क्योंकि देखो वेव फ्रंट और लाइटर दे विच तो 90 डिग्री होंदा है। तो दिस एंगल इज व्हाट? 90 माइनस आई। And very easily now you can show that if this is 90 minus I, तो A भी तो 90 डिग्री होंदा है। तो can you find this angle now? I. So now we can very clearly ये सब कुछ हटा के असी सीधा कह सकते हाँ this angle is I। ਹੁਣ ਅਸੀਂ ਕੀ ਕਰ ਚੁੱਕੇ ਹਾਂ? ਇਹ ਐਂਗਲਸ ਜਿਹੜੇ ਹਨ ਉਹ ਟ੍ਰਾਇੰਗਲ ਵਿੱਚ ਪਾ ਚੁੱਕੇ ਹਾਂ। ਆਈ ਵੀ ਪਤਾ ਹੈ, ਆਰ ਵੀ ਪਤਾ ਹੈ, ਇਹ ਦੋ ਟ੍ਰਾਇੰਗਲ ਜਿਹੜੇ ਹਨ ਇਹਨਾਂ ਵਿੱਚ। ਤਾਂ ਲੈਟਸ ਕੰਪੇਅਰ them। देयर इज़ वन ट्रायंगल पी, राइट एंगल ट्रायंगल है पी क्यू आर, एंड द अनदर ट्रायंगल इज़ पी एस टी। ਇਹਨਾਂ ਵਿੱਚ ਸਮਾਨਤਾ ਕੀ ਹੈ? ਇੱਕ ਤਾਂ 90 डिग्री है ना, ਦੂਜੇ ਦਾ ਵੀ ਇੱਕ 90 डिग्री एंगल है। ठीक है, दिस इज़ वन थिंग। दूजी गल ਅਸੀਂ ਪਹਿਲੇ ਹੀ ਡਿਸਕਸ ਕੀਤਾ ਸੀ, ਇਹ ਜਿਹੜਾ ਸਾਈਡ ਹੋਏਗਾ ਇਸ ਸਾਈਡ ਦੀ ਇਕੁਅਲ ਹੋਏਗਾ, ਤਾਂ ਹੀ ਕਰਕੇ ਰੈੱਡ ਵਾਲੀ ਚਾਪ ਮਾਰੀ ਸੀ ਅਸੀਂ, ਕਿਉਂਕਿ ਡਿਸਟੈਂਸ ਸੇਮ ਹੋਏਗਾ। ਤਾਂ ਅਸੀਂ ਕਹਿ ਸਕਦੇ ਹਾਂ ਪੀ ਕਿਊ ਆਰ ਦਾ ਪੀ ਕਿਊ ਵਿਲ ਬੀ ਇਕੁਅਲ ਟੂ ਐਸ ਟੀ। ਤਾਂ ਇਹਨਾਂ ਦੋਨਾਂ ਟਰਾਇੰਗਲ ਦੀ ਇੱਕ ਸਾਈਡ ਵੀ ਸੇਮ ਹੈ, ਇੱਕ ਐਂਗਲ 90 डिग्री है। ਵਾਟ ਐਲਸ, ਇਹ ਜਿਹੜਾ ਕਿਊ ਆਰ ਹੈ ਵੇਵ ਫਰੰਟ ਜਿਹੜਾ ਅਸੀਂ ਬਣਾਇਆ ਸੀ ਸੈਕੰਡਰੀ, ਇਹ ਇਕੁਅਲ ਹੋਏਗਾ ਕਿਹਦੇ? ਇਹ ਜਿਹੜਾ ਇਨਸਾਈਡ ਕੀਤਾ ਸੀ ਪੀ ਐਸ ਦੇ। ਇੱਕ ਹੋਰ ਚੀਜ਼ ਦੇਖੋ, ਇਹਨਾਂ ਦੋਨਾਂ ਟਰਾਇੰਗਲ ਦਾ ਬੇਸ ਵੀ ਸੇਮ ਹੈ, ਪੀ ਟੀ ਇਜ਼ ਇਕੁਅਲ ਟੂ ਪੀ ਆਰ, ਪੀ ਟੀ ਇਜ਼ ਇਕੁਅਲ ਟੂ ਪੀ ਆਰ। ਹੁਣ ਇੰਨੀਆਂ ਚੀਜ਼ਾਂ ਜੇ ਕਿਸੇ ਟਰਾਇੰਗਲ ਦੀਆਂ ਕਾਮਨ ਹੋ ਜਾਣ ਤਾਂ ਉਹ ਕੌਂਗਰੂਐਂਟ ਟਰਾਇੰਗਲ कहलाते हैं, कॉन्ग्रुएंट ट्राइंगल्स। एंड व्हाट दे डू, अगर जो कॉन्ग्रुएंट एंगल है, ऑल एंगल्स विल बी
ਇਕੁਅਲ, ਉਹਨਾਂ ਟ੍ਰਾਇੰਗਲਸ ਦੇ ਸਾਰੇ ਐਂਗਲ ਇਕੁਅਲ ਹੋਣਗੇ ਜੇ ਇੰਨੀਆਂ ਕੰਡੀਸ਼ਨਾਂ ਮਿਲ ਜਾਣ। ਇਹਦਾ ਮਤਲਬ the angle R will be equal to angle I। ਇਹੀ ਅਸੀਂ ਪ੍ਰੂਵ ਕਰਨਾ ਚਾਹੁੰਦੇ ਸੀ। ਇੱਥੇ ਥੋੜਾ ਜਿਹਾ ਕੌਂਗਰੂਐਂਸੀ ਦੇਖ ਕੇ ਅਸੀਂ ਵੇਵ ਫਰੰਟਸ ਦਾ ਇੱਕ ਟ੍ਰਾਇੰਗਲਸ ਬਣਾ ਕੇ ਦੋ ਟ੍ਰਾਇੰਗਲਸ ਨੂੰ ਕੰਪੇਅਰ ਕਰਕੇ ਐਂਗਲਸ ਵਿੱਚ ਪਾ ਕੇ I ਤੇ R, ਫਿਰ ਅਸੀਂ ਕੌਂਗਰੂਐਂਟ ਪ੍ਰੂਵ ਕੀਤਾ ਤੇ ਫਿਰ ਦੱਸਿਆ ਕਿ ਐਂਗਲ I will be equal to R। So this is the proof of Huygens principle, law of reflection।